क्यों हौमै मल लाई। ਉਹਨੇ ਹਉਮੈ ਦੀ ਮੈਲ ਆਪਣੇ ਤਨ ਨੂੰ ਵੀ ਤੇ ਆਪਣੇ ਮਨ ਨੂੰ ਵੀ ਲਾਈ ਹੋਈ ਹੈ। ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਜਿਹੜਾ ਬਗਲਾ ਹੈ ਉਹ ਭਾਈ ਛਪੜੀਆਂ ਦੇ ਵਿੱਚ ਹੀ ਇਸ਼ਨਾਨ ਕਰਦਾ, ਪਰ ਵਿਸ਼ੇਸ਼ ਕਰਕੇ ਮੈਲ ਨਾ ਜਾਈ, ਉਹਦੇ ਅੰਦਰੋਂ ਹਉਮੈ ਦੀ ਮੈਲ ਨਹੀਂ ਜਾ ਸਕਦੀ। ਇਹਦਾ ਮਤਲਬ ਇਹ ਹੈ, ਜਿਵੇਂ ਹਜ਼ੂਰ ਨੇ ਇੱਕ ਥਾਂ ਤੇ ਬਾਣੀ ਵਿੱਚ ਬੜਾ ਸੋਹਣਾ ਨਿਰਣਾ ਕੀਤਾ ਹੈ, ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ। ਬਗਲਾ ਕਾਗਨਾ ਰਹੀ ਸਰਵਰ ਜੋ ਹੋਵੇ ਅਤ ਸਿਆਣਾ। ਤੇ ਫਿਰ ਬਗਲਾ ਕੀ ਕਰਦਾ ਹੈ, ਕਿਆ ਬਗ ਬੱਪੜਾ ਛਪੜੀ ਨਾਏ ਚੀਕੜ ਡੂਬੈ ਮੈਲ ਨਾ ਜਾਏ। ਜਿਹੜਾ ਬਗਲਾ ਪਖੰਡੀ ਆਦਮੀ ਹੈ, ਇਸ਼ਨਾਨ ਕਰੇ, ਉਹ ਛਪੜੀਆਂ ਤੇ ਨਹਾਉਂਦਾ ਫਿਰਦਾ, ਗੰਦੇ ਪਾਣੀ ਵਾਲੀਆਂ ਛਪੜੀਆਂ ਤੇ ਬਗਲੇ ਨਹਾਉਂਦੇ ਨੇ। ਪਖੰਡੀ ਲੋਕ ਕਿਸੇ ਦੇਵੀ ਦੇਵਤਿਆਂ ਤੇ ਮੜੀਆਂ ਮਸਾਣੀਆਂ ਤੇ ਜਾ ਕੇ ਬੈਠ ਜਾਂਦੇ ਨੇ, ਇਹ ਛਪੜੀਆਂ ਨੇ, ਔਰ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ। ਜਿਹੜਾ ਮਨਮੁਖ ਬਗਲੇ ਵਾਂਗੂ ਮੈਲਾ ਹੈ, ਉਹ ਭੂਤਾਂ ਪ੍ਰੇਤਾਂ ਦੀ ਉਪਾਸਨਾ ਕਰਦੇ ਨੇ, ਮੜੀਆਂ ਮਸਾਣੀਆਂ ਨੂੰ ਮੰਨਦੇ ਪੂਜਦੇ ਨੇ, ਇਸ਼ਨਾਨ ਤਾਂ ਕਰਦੇ ਨੇ, ਪਰ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਨਹੀਂ ਜਾ ਸਕਦੀ। ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਹੰਸਾਂ ਵਾਂਗੂ, ਉਹ ਗੁਰ ਸ਼ਬਦ ਵਿਚਾਰੈ, ਉਹ ਗੁਰੂ ਸ਼ਬਦ ਨੂੰ ਵਿਚਾਰਦੇ ਨੇ। ਗੁਰੂ ਦਾ ਸ਼ਬਦ ਰਤਨ ਹੈ, ਇਹਦੀ ਵਿਚਾਰ ਕਰਦੇ ਨੇ, ਤੇ ਫਿਰ ਜੀਵਤ ਭਾਵ ਤੋਂ ਵੀ ਮਰ ਜਾਂਦੇ ਨੇ। ਇਹ ਇੱਕ ਬਚਨ ਦੇ ਵਿੱਚ ਵੀ ਅਰਥ ਕੀਤਾ ਹੈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਉਸ ਬਗਲੇ ਦੇ ਮੁਕਾਬਲੇ ਤੇ ਜਿਹੜਾ ਵਿਵੇਕੀ ਤੇ ਵਿਚਾਰਵਾਨ ਗੁਰਮੁਖ ਹੈ, ਉਹ ਗੁਰੂ ਸ਼ਬਦ ਨੂੰ ਵਿਚਾਰਦਾ ਹੈ ਤੇ ਜੀਵਤ ਭਾਵ ਤੋਂ ਮਰ ਜਾਂਦਾ ਹੈ। ਹਉਮੈ ਮੈਲ ਚੁਕਾਵਣਿਆ, ਇਸ ਢੰਗ ਦੇ ਨਾਲ ਉਹ ਹਉਮੈ ਦੀ ਮੈਲ ਨੂੰ ਚੁਕਾ ਦਿੰਦਾ। ਰਤਨ ਪਦਾਰਥ ਘਰ ਤੇ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਜਿਹੜਾ ਗੁਰੂ ਕਾ ਸ਼ਬਦ ਰੂਪੀ ਰਤਨ ਹੈ ਅਥਵਾ ਨਾਮ ਰੂਪੀ ਰਤਨ ਪਦਾਰਥ ਹੈ, ਉਸਨੇ ਘਰ ਤੋਂ ਹੀ, ਗੁਰੂ ਘਰ ਤੋਂ ਹੀ ਪ੍ਰਾਪਤ ਕਰ ਲਿਆ ਹੈ। ਪੂਰੇ ਸਤਿਗੁਰ ਸ਼ਬਦ ਸੁਣਾਇਆ। ਲਓ ਹੁਣ ਅੱਗੇ ਸਪਸ਼ਟ ਹੀ ਸਤਿਗੁਰੂ ਮਹਾਰਾਜ ਨੇ ਦੱਸ ਦਿੱਤਾ ਵੀ ਪੂਰੇ ਸਤਿਗੁਰੂ ਨੇ ਉਸ ਨੂੰ ਗੁਰੂ ਕਾ ਸ਼ਬਦ ਸੁਣਾਇਆ, ਔਰ ਉਸ ਗੁਰਮੁਖ ਪਿਆਰੇ ਨੇ ਗੁਰੂ ਸ਼ਬਦ ਨੂੰ ਸੁਣ ਕੇ ਆਪਣੇ ਮਨ ਵਿੱਚ ਧਾਰਨ ਕਰ ਲਿਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨੜਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਤੇ ਫਿਰ ਉਹਨਾਂ ਗੁਰਮੁਖਾਂ ਦੇ ਮਨ ਵਿੱਚੋਂ ਅਗਿਆਨ ਦਾ, ਮੋਹ ਮਾਇਆ ਦਾ ਹਨੇਰਾ ਵੀ ਮਿਟ ਗਿਆ। ਘਟ ਚਾਨਣ, ਤੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਰਤਨ ਨੇ ਚਾਨਣ ਕਰ ਦਿੱਤਾ। ਉਹ ਗਿਆਨ ਦਾ ਚਾਨਣ ਪ੍ਰਗਟ ਕਰ ਦਿੱਤਾ। ਆਓ ਪਛਾਣਿਆ, ਜਿਸ ਗਿਆਨ ਦੀ ਰੋਸ਼ਨੀ ਦੇ ਵਿੱਚ ਉਹ ਆਪਣੇ ਆਪੇ ਦੀ ਪਛਾਣ ਕਰ ਲੈਂਦੇ ਹਨ। ਆਪ ਪਾਏ ਤੈਂ ਆਪੇ ਵੇਖੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪ ਉਹ ਪਾਏ, ਉਸ ਵਾਹਿਗੁਰੂ ਨੇ ਆਪ ਹੀ ਸਾਰੇ ਜੀਵ ਪੈਦਾ ਕੀਤੇ ਨੇ ਤੇ ਆਪ ਹੀ ਉਹਨਾਂ ਨੂੰ ਵੇਖਦਾ ਹੈ। ਸਤਿਗੁਰ ਸੇਵੈ ਸੋ ਜਨ ਲੇਖੈ। ਤੇ ਭਾਈ ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਹੈ, ਉਹ ਜਨ ਗੁਰਮੁਖ ਪਿਆਰਾ ਲੇਖੇ ਵਿੱਚ ਲੱਗ ਜਾਂਦਾ ਹੈ, ਭਾਵ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਇਹ ਨਾਮ ਮਿਲਦਾ ਕਿੱਥੋਂ ਹੈ? ਗੁਰ ਕਿਰਪਾ ਤੇ ਪਾਵਣਿਆ। ਉਹ ਗੁਰੂ ਦੀ ਕਿਰਪਾ ਨਾਲ ਨਾਮ ਨੂੰ ਪ੍ਰਾਪਤ ਕਰਦੇ ਨੇ, ਭਾਵ ਪਹਿਲਾਂ ਗੁਰੂ ਦੀ ਕਿਰਪਾ ਦੁਆਰਾ ਗੁਰੂ ਤੋਂ ਨਾਮ ਲੈਂਦੇ ਨੇ ਤੇ ਗੁਰੂ ਤੋਂ ਨਾਮ ਲੈ ਕੇ ਫਿਰ ਉਸ ਨਾਮ ਦੀ ਕਮਾਈ ਕਰਦੇ ਨੇ, ਫਿਰ ਉਹੀ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਇਹ ਅਖੀਰਲੀ ਅਸ਼ਟਪਦੀ ਹੈ, ਕਿਉਂਕਿ 31 ਅਸ਼ਟਪਦੀਆਂ ਗੁਰੂ ਅਮਰਦਾਸ ਮਹਾਰਾਜ ਦੀਆਂ ਪਿੱਛੇ ਆ ਚੁੱਕੀਆਂ ਨੇ ਅਤੇ ਹੁਣ ਇਹ 32ਵੀਂ ਅਸ਼ਟਪਦੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਹੈ
ਤੇ ਇੱਕ ਪਹਿਲੀ ਅਸ਼ਟਪਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਈ ਹੈ ਤੇ ਕੁੱਲ ਜੋੜ ਇੱਥੇ 32 ਹੋਇਆ ਤੇ 31 ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਨੇ ਤੇ ਦੂਸਰੀ ਇੱਕ ਰਲਾ ਕੇ ਇਹ 32 ਜੋੜ ਇੱਥੇ ਲਿਖਿਆ ਹੈ। ਹਜ਼ੂਰ ਅਖੀਰਲੀ ਅਸ਼ਟਪਦੀ ਵਿੱਚ ਫਰਮਾਉਂਦੇ ਨੇ, ਹਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣੇ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਹਾਉ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਮੈਂ ਉਹਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਣਾ ਹਾਂ। ਮਾਇਆ ਮੋਹ ਸ਼ਬਦ ਜਲਾਵਣੇ, ਜਿਹੜੇ ਗੁਰੂ ਸ਼ਬਦ ਦੇ ਅਭਿਆਸ ਦੁਆਰਾ ਮਾਇਆ ਦੇ ਮੋਹ ਨੂੰ ਸਾੜ ਦਿੰਦੇ ਨੇ। ਇੱਥੇ ਹੀ ਬਸ ਨਹੀਂ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ। ਜੋ ਗੁਰਮੁਖ ਪਿਆਰੇ ਮਾਇਆ ਦੇ ਮੋਹ ਨੂੰ ਸਾੜ ਕੇ ਤੇ ਫਿਰ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ। ਹਰ ਦਰ ਮਹਿਲੀ ਸੋਭਾ ਪਾਵਣੇ ਆ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਤੇ ਵਾਹਿਗੁਰੂ ਦੇ ਮਹਿਲ ਸੱਚਖੰਡ ਦਰਬਾਰ ਦੇ ਵਿੱਚ ਵੀ ਜਾ ਕੇ ਸੋਭਾ ਪ੍ਰਾਪਤ ਕਰਦੇ ਨੇ। ਕਿਉਂਕਿ ਜਿਹੜਾ ਮਾਇਆ ਦਾ ਮੋਹ ਹੈ ਨਾ, ਉਹ ਸਾਨੂੰ ਪਰਮੇਸ਼ਰ ਵਾਲੇ ਪਾਸੇ ਲੱਗਣ ਨਹੀਂ ਦਿੰਦਾ। ਅਸੀਂ ਮਾਇਆ ਵਾਲੇ ਪਾਸੇ ਤੇ ਦਿਨ ਰਾਤ ਤੁਰੇ ਫਿਰਦੇ ਹਾਂ, ਪਰ ਜਿੱਧਰੋਂ ਸਾਨੂੰ ਆਤਮਕ ਲਾਭ ਹੋਣਾ ਹੈ, ਪਰਲੋਕ ਦਾ ਸੁੱਖ ਮਿਲਣਾ ਹੈ, ਉਸ ਪਾਸੇ ਸਾਡਾ ਧਿਆਨ ਬਹੁਤ ਘਟ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਲਈ ਫਰਮਾਉਂਦੇ ਨੇ ਵੀ ਜਿਹੜੇ ਗੁਰੂ ਕੇ ਸ਼ਬਦ ਦੁਆਰਾ ਮਾਇਆ ਦੇ ਮੋਹ ਨੂੰ ਸਾੜਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਲ ਚਿੱਤ ਜੋੜਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ। ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਮਾਇਆ ਮੋਹ ਜਗਤ ਸੁਭਾਇਆ। ਇਸ ਮਾਇਆ ਦੇ ਮੋਹ ਤੋਂ ਹੀ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਅਥਵਾ ਮਾਇਆ ਮੋਹ ਜਗਤ ਸੁਭਾਇਆ। ਇਹ ਜਿਤਨਾ ਵੀ ਸੰਸਾਰ ਹੈ, ਸਾਰੇ ਸੰਸਾਰ ਤੇ ਹੀ ਮਾਇਆ ਦਾ ਮੋਹ ਪਸਰਿਆ ਹੋਇਆ ਹੈ। ਤ੍ਰੈ ਗੁਣ ਦੀ ਸਹਿ ਮੋਹਿ ਮਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਤਿਰਗੁਣੀ ਜੀਵ ਨੇ, ਸਾਰੇ ਮਾਇਆ ਦੇ ਮੋਹ ਦੇ ਵਿੱਚ ਹੀ ਸਾਨੂੰ ਫਸੇ ਹੋਏ ਨਜ਼ਰ ਆ ਰਹੇ ਨੇ। ਸਤਿਗੁਰੂ ਦੇ ਬਚਨ ਨੇ, ਸਰਪਣੀ ਤੇ ਉਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਆ ਦੇਖ ਲਓ, 3 ਵੱਡੇ ਦੇਵਤੇ ਨੇ ਹਿੰਦੂ ਧਰਮ ਦੇ, ਹਿੰਦੂ ਮਤ ਦੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਪਰ ਸਤਿਗੁਰੂ ਕਹਿੰਦੇ ਨੇ ਇਹ ਵੀ ਮਾਇਆ ਦੇ ਛਲੇ ਹੋਏ ਨੇ। ਬ੍ਰਹਮਾ ਰਜੋਗੁਣ ਦੇ ਵਿੱਚ ਰਹਿੰਦਾ ਹੈ ਤੇ ਸ਼ਿਵ ਜੀ ਤਮੋ ਗੁਣ ਦੇ ਵਿੱਚ ਵਰਤਦਾ ਹੈ ਤੇ ਵਿਸ਼ਨੂੰ ਸਤੋ ਗੁਣ ਵਿੱਚ ਰਹਿੰਦਾ ਹੈ। ਪਰ ਇਹਨਾਂ ਤਿੰਨਾਂ ਤੇ ਮਾਇਆ ਦਾ ਮੋਹ ਹੀ ਹਾਵੀ ਹੈ ਤੇ ਬਾਕੀ ਜਿਹੜੇ ਤਿਰਗੁਣੀ ਜੀਵ ਨੇ ਉਹ ਵੀ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਦਿਸਦੇ ਹਨ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੇ ਪਦ ਲਿਵ ਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਜਿਹੜੀ ਅਸਲੀ ਚੌਥੀ ਭੂਮਿਕਾ ਹੈ ਉਹਨੂੰ ਸਮਝਦਾ ਹੈ। ਚੌਥੇ ਪਦ ਲਿਵ ਲਾਵਣਿਆ, ਤੇ ਫਿਰ ਉਹ 3 ਗੁਣਾਂ ਨੂੰ ਛੱਡ ਕੇ ਜਿਹੜੀ ਚੌਥੀ ਪਦਵੀ ਗੁਰਮੁਖਾਂ ਦੀ ਸਟੇਜ ਹੈ, ਜਿਸ ਨੂੰ ਤੁਰੀਆ ਅਵਸਥਾ, ਆਤਮਕ ਅਡੋਲ ਅਵਸਥਾ, ਸਹਿਜ ਪਦਵੀ ਆਖਦੇ ਨੇ, ਉਹਦੇ ਵਿੱਚ ਆਪਣੇ ਲਿਵ ਨੂੰ ਲਾ ਲੈਂਦਾ ਹੈ। ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਉਹਨਾਂ ਗੁਰਮੁਖਾਂ ਤੋਂ ਤਿੰਨੇ ਹੀ ਕਾਲਾਂ ਦੇ ਵਿੱਚ ਬਲਿਹਾਰ ਜਾਣਾ ਹਾਂ ਜਿਹੜੇ ਗੁਰੂ ਸ਼ਬਦ ਦੁਆਰਾ ਮਾਇਆ ਦੇ ਮੋਹ ਨੂੰ ਸਾੜ ਦਿੰਦੇ ਨੇ ਤੇ ਮਾਇਆ ਦੇ ਮੋਹ ਨੂੰ ਸਾੜ ਕੇ ਤੇ ਫਿਰ ਵਾਹਿਗੁਰੂ ਦੇ ਨਾਲ ਉਹ ਆਪਣਾ ਚਿੱਤ ਜੋੜਦੇ ਨੇ ਤੇ ਫਿਰ ਅੱਗੇ ਜਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਤੇ ਵਾਹਿਗੁਰੂ ਦੇ ਮਹਿਲ ਸੱਚਖੰਡ ਦੇ ਵਿੱਚ ਜਾ ਕੇ ਵੀ ਸੋਭਾ ਪ੍ਰਾਪਤ ਕਰਦੇ ਹਨ। ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ। ਦੇਵੀ ਦੇਵਾ ਮੂਲ ਹੈ ਮਾਇਆ। ਵਿਸਰਾਮ ਦੇ ਕੇ ਹਜ਼ੂਰ ਅੱਗੇ ਸਪਸ਼ਟ ਕਰਦੇ ਨੇ ਕਿ ਸਾਡੇ ਸਾਰੇ ਮਨ ਦੇ ਭੁਲੇਖੇ ਦੂਰ ਕਰਦੇ ਨੇ ਵੀ ਜਿੰਨੇ ਵੀ ਦੇਵੀ ਦੇਵਤੇ ਨੇ ਹਿੰਦੂ ਮਤ ਦੇ ਵਿੱਚ 33 ਕਰੋੜ ਦੇਵਤੇ, 9 ਕਰੋੜ ਦੁਰਗਾ ਦੀ ਗਿਣਤੀ ਮੰਨੀ ਹੋਈ ਹੈ। ਪਰ ਹਜ਼ੂਰ ਕਹਿੰਦੇ ਜਿੰਨੇ ਦੇਵੀ ਦੇਵਤੇ ਨੇ ਮੂਲ ਹੈ ਮਾਇਆ, ਇਹਨਾਂ ਦਾ ਮੂਲ ਪਾਏ ਮਾਇਆ ਹੀ ਹੈ। ਇਹ ਮਾਇਆ ਤੋਂ ਸਾਰੇ ਪੈਦਾ ਹੋਏ ਨੇ।
ਪਿੱਛੇ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਸਪਸ਼ਟ ਕੀਤੀ ਸੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਵੀ ਇੱਕ ਜਿਹੜੀ ਮਾਈ ਦਾ ਅਰਥ ਹੈ ਮਾਇਆ, ਇਹ ਜਿਹੜੀ ਮਾਇਆ ਰੂਪੀ ਮਾਂ ਹੈ, ਇਹ ਉਸ ਵਾਹਿਗੁਰੂ ਦੇ ਨਾਲ ਕਲਪਤ ਤਦਾਤਮ ਸੰਬੰਧ ਜੋੜ ਕੇ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਤਿੰਨ ਚੇਲੇ ਪ੍ਰਵਾਨ, ਤੇ ਇਸ ਦੇ ਤਿੰਨ ਚੇਲੇ ਹੋਏ, ਤਿੰਨ ਪੁੱਤਰ ਪੈਦਾ ਹੋਏ ਜਿਹੜੇ ਮਾਇਆ ਦੇ ਹੀ ਚੇਲੇ ਸਨ। ਉਹ ਸੰਸਾਰ ਵਿੱਚ ਪ੍ਰਵਾਨ ਗਿਣੇ ਗਏ। ਉਹ ਕਿਹੜੇ ਸਨ? ਇੱਕ ਸੰਸਾਰੀ ਬ੍ਰਹਮਾ ਸੀ, ਇੱਕ ਭੰਡਾਰੀ ਵਿਸ਼ਨੂੰ ਸੀ, ਇੱਕ ਲਾਏ ਦੀ ਬਾਣ, ਇੱਕ ਜਿਸ ਨੂੰ ਲੈ ਕਰਨ ਦੀ ਬਾਣ ਹੈ ਉਹ ਸ਼ਿਵ ਜੀ ਸੀ। ਇਹ ਤਿੰਨੇ ਦੇਵਤੇ ਮਾਇਆ ਤੋਂ ਪੈਦਾ ਹੋਏ ਦੱਸੇ ਗਏ ਨੇ। ਇੱਥੇ ਵੀ ਗੁਰੂ ਅਮਰਦਾਸ ਮਹਾਰਾਜ ਉਹੀ ਸਿਧਾਂਤ ਦੱਸਦੇ ਨੇ, ਆ ਜਿੰਨੇ ਦੇਵੀ ਦੇਵਤੇ ਨੇ ਇਹਨਾਂ ਦਾ ਮੂਲ ਭਾਈ ਮਾਇਆ ਹੈ। ਸਿਮਰਤ ਸਾਸਤ ਜਿਨ ਉਪਾਇਆ, ਆ ਜਿਨ੍ਹਾਂ ਦੇਵੀ ਦੇਵਤਿਆਂ ਨੇ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਵੀ ਪੈਦਾ ਕੀਤਾ ਹੈ। ਜਿੰਨੇ ਧਰਮ ਗ੍ਰੰਥ ਨੇ ਦੇਵੀ ਦੇਵਤਿਆਂ ਦੇ ਲਿਖੇ ਹੋਏ ਨੇ, ਜਿਵੇਂ ਵੇਦਾਂ ਦਾ ਕਰਤਾ ਬ੍ਰਹਮਾ ਨੂੰ ਮੰਨਿਆ ਹੈ ਤੇ ਗੀਤਾ ਦਾ ਕਰਤਾ ਕ੍ਰਿਸ਼ਨ ਹੈ, ਇਹ ਸਾਰੇ ਦੇਵਤੇ ਹੀ ਨੇ ਨਾ। ਤੇ ਇਸੇ ਤਰ੍ਹਾਂ ਜਿਹੜੇ ਹੋਰ ਵੈਦਿਕ ਰਿਸ਼ੀ ਵੀ ਹਨ, ਔਰ ਉਹ ਵੀ ਇਹ ਮਹਾਨ ਦੇਵੀ ਦੇਵਤਿਆਂ ਦੀ ਸ਼੍ਰੇਣੀ ਵਿੱਚ ਹੀ ਸ਼ਾਮਲ ਹੋ ਜਾਂਦੇ ਨੇ। ਤੇ ਜਿਨ੍ਹਾਂ ਨੇ ਸਿਮਰਤੀਆਂ ਸ਼ਾਸਤਰਾਂ ਨੂੰ ਪੈਦਾ ਕੀਤਾ ਹੈ, ਜਿੰਨੇ ਵੀ ਦੇਵੀ ਦੇਵਤੇ ਨੇ ਵੈਦਿਕ ਰਿਸ਼ੀ ਨੇ, ਔਰ ਉਹਨਾਂ ਦਾ ਮੂਲ ਮਾਇਆ ਹੀ ਹੈ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਦੇਵੀ ਦੇਵਤੇ ਨੇ ਉਹਨਾਂ ਨੇ ਕਾਮ ਤੇ ਕ੍ਰੋਧ ਨੂੰ ਹੀ ਸੰਸਾਰ ਦੇ ਵਿੱਚ ਪਸਾਰਣਾ ਕੀਤਾ। ਹੁਣ ਤੁਸੀਂ ਕ੍ਰਿਸ਼ਨ ਦਾ ਜੀਵਨ ਪੜ੍ਹ ਲਓ, ਉਹਦੀ ਲੀਲਾ ਪੜ੍ਹੋ, ਤੇ ਉਹਨੇ ਕਾਮ ਨੂੰ ਹੀ ਅੱਗੇ ਉਕਸਾਇਆ। ਹੁਣ ਜਦੋਂ 16,108 ਗੋਪੀਆਂ ਦੇ ਨਾਲ ਰਾਸਾਂ ਪਾਉਂਦਾ ਸੀ, ਨੱਚਦਾ ਟੱਪਦਾ ਸੀ, ਤੇ ਹੁਣ ਵੀ ਜਿਹੜੇ ਉਹਦੇ ਸਵਾਂਗ ਧਾਰਨ ਕਰ ਕਰਕੇ ਜੋ ਕੁਝ ਕਰਦੇ ਨੇ, ਤੇ ਫਿਰ ਉਹੀ ਅਸ਼ਲੀਲਤਾ ਨੂੰ ਹੀ ਪ੍ਰਗਟਾਉਂਦੇ ਹਨ। ਤੇ ਇਸੇ ਤਰ੍ਹਾਂ ਤੇ ਹੁਣ ਜਿੱਥੋਂ ਤੱਕ ਰਾਮਚੰਦਰ ਜੀ ਦਾ ਸਵਾਲ ਹੈ, ਤੇ ਉਹਨਾਂ ਨੇ ਜੰਗ ਯੁੱਧ ਕੀਤੇ, ਉਹਨਾਂ ਨੇ ਕ੍ਰੋਧ ਨੂੰ ਅੱਗੇ ਪਸਾਰਿਆ। ਇਸ ਤਰ੍ਹਾਂ ਕਾਮ ਕ੍ਰੋਧ ਪਸਰਿਆ ਸੰਸਾਰੇ। ਗੁਰਬਾਣੀ ਇੱਕ ਸੱਚ ਨੂੰ ਬਿਆਨ ਕਰਦੀ ਹੈ, ਆ ਜਿੰਨੇ ਦੇਵੀ ਦੇਵਤੇ ਨੇ ਅਵਤਾਰ ਨੇ, ਇਹਨਾਂ ਨੇ ਕਾਮ ਕ੍ਰੋਧ ਨੂੰ ਹੀ ਸੰਸਾਰ ਦੇ ਵਿੱਚ ਫੈਲਾਇਆ ਹੈ। ਆਏ ਜਾਏ ਦੁੱਖ ਪਾਵਣਿਆ, ਇਸੇ ਲਈ ਭਾਈ ਇਹ ਵੀ ਆਉਂਦੇ ਜਾਂਦੇ ਰਹੇ, ਇਹਨਾਂ ਨੂੰ ਮਹਾਨ ਦੁੱਖ ਪ੍ਰਾਪਤ ਕਰਨਾ ਪਿਆ ਹੈ। ਗੁਰਬਾਣੀ ਪੜ੍ਹੋ, ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਹੈ। ਤੇ 24 ਅਵਤਾਰ ਵਿਸ਼ਨੂੰ ਦੇ ਹੋਏ ਨੇ, 23 ਹੋ ਚੁੱਕੇ ਨੇ, 24ਵਾਂ ਹੋਣਾ ਹੈ। ਆਏ ਜਾਏ ਦੁੱਖ ਪਾਵਣਿਆ। ਤੇ 7 ਬ੍ਰਹਮਾ ਦੇ ਤੇ 11 ਰੁਦਰ ਦੇ ਅਵਤਾਰ ਹੋਏ ਨੇ। 10ਵੇਂ ਗ੍ਰੰਥ ਦੀ ਬਾਣੀ ਪੜ੍ਹੋ, ਸਾਰਾ ਕੁਝ ਪਤਾ ਲੱਗ ਜਾਵੇਗਾ। ਉਹਨਾਂ ਨੂੰ ਵੀ ਆਪਣੇ ਕੀਤੇ ਕਰਮਾਂ ਦਾ ਸਦਕਾ ਆਉਣਾ ਜਾਣਾ ਪਿਆ ਤੇ ਦੁੱਖ ਭੋਗਣਾ ਪਿਆ ਹੈ। ਇਸ ਵਿੱਚ ਗਿਆਨ ਰਤਨ ਇੱਕ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਧਰਮ ਸ਼ਾਸਤਰ ਨੇ, ਔਰ ਤਿਸ ਵਿੱਚ ਉਹਨਾਂ ਦੇ ਸਮੁਦਾਇ ਦੇ ਵਿੱਚ ਇੱਕ ਐਸਾ ਗਿਆਨ ਰੂਪੀ ਰਤਨ ਅਸੀਂ ਪ੍ਰਾਪਤ ਕੀਤਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਵੇਦ ਸ਼ਾਸਤਰ ਨੇ, ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਉਹਨਾਂ ਦੇ ਵਿੱਚ ਨਾਮ ਦੀ ਵੀ ਮਹਿਮਾ ਲਿਖੀ, ਪਰ ਬਹੁਤ ਘੱਟ। ਸਤਿਗੁਰੂ ਕਹਿੰਦੇ ਨੇ, ਮੈਂ ਉਸ ਸਾਰੀ ਗਿਆਨ ਸਮੱਗਰੀ ਦੇ ਵਿੱਚੋਂ ਇੱਕ ਗਿਆਨ ਰੂਪੀ ਰਤਨ ਪ੍ਰਾਪਤ ਕੀਤਾ ਹੈ। ਗੁਰ ਪ੍ਰਸਾਦੀ ਮਨ ਵਸਾਇਆ। ਉਹ ਜਿਹੜਾ ਗਿਆਨ ਰੂਪੀ ਰਤਨ ਹੈ, ਉਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਹਜ਼ੂਰ ਕਹਿੰਦੇ, ਮੈਂ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਸ ਗਿਆਨ ਰੂਪੀ ਰਤਨ ਨੂੰ ਆਪਣੇ ਮਨ ਦੇ ਵਿੱਚ ਵਸਾਇਆ। ਜਤ ਸਤ ਸੰਜਮ ਸੱਚ ਕਮਾਵੇ, ਗੁਰਪੂਰੇ ਨਾਮ ਧਿਆਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਗੁਰੂ ਨਾਨਕ ਦੇ ਪਾਸੋਂ ਗਿਆਨ ਰੂਪੀ ਰਤਨ ਪ੍ਰਾਪਤ ਕੀਤਾ ਹੈ, ਤੇ ਨਾਲ ਹੀ ਗੁਰਪੂਰੇ ਨਾਮ ਧਿਆਵਣਿਆ। ਮੈਂ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਜਿਸ ਦਾ ਸਦਕਾ ਜਤ ਸਤ ਸੰਜਮ ਸੱਚ ਕਮਾਵੇ। ਜਿਹੜੇ ਗੁਰਮੁਖ ਨੇ ਉਹ ਸੱਚਾ ਹੀ ਜਤ ਬ੍ਰਹਮਚਰਜ ਰੱਖਦੇ ਨੇ, ਤੇ ਬੀਬੀਆਂ 7 ਰੱਖਦੀਆਂ ਨੇ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ। ਇਹ ਗੁਰਸਿੱਖਾਂ ਨੂੰ ਉਪਦੇਸ਼ ਹੈ, ਤੇ ਮਾਈਆਂ ਬੀਬੀਆਂ ਨੂੰ ਵੀ ਇਹੀ ਸਿੱਖਿਆ ਹੈ। ਔਰ ਉਹ ਆਪਣੇ ਪਤੀ ਤੋਂ ਬਿਨਾਂ ਬਾਕੀਆਂ ਨੂੰ ਪਿਤਾ, ਭਰਾ ਤੇ ਪੁੱਤਰਾਂ ਵਾਂਗ ਸਮਝਣ। ਇਹ ਹੈ ਗੁਰਸਿੱਖੀ ਦਾ ਜਤ ਤੇ ਸਤ।
ਜਤ ਸਤ ਸੰਜਮ ਸੱਚ ਕਮਾਵੇ। ਤੇ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਜਨ ਹਨ ਉਹ ਗੁਰਸਿੱਖੀ ਦਾ ਬ੍ਰਹਮਚਰਜ ਰੱਖਦੇ ਨੇ ਤੇ ਨਾਲ ਸੱਚਾ ਹੀ ਸੰਜਮ ਜਿਹੜਾ ਇਹ ਵਰਤ ਨੇਮ ਕਮਾਉਂਦੇ ਨੇ। ਗੁਰ ਪੂਰੇ ਨਾਮ ਧਿਆਵਣਿਆ ਤੇ ਪੂਰੇ ਗੁਰੂ ਦੁਆਰਾ ਉਹਨਾਂ ਨੇ ਨਾਮ ਨੂੰ ਧਿਆਇਆ। ਉਹਨਾਂ ਅਵਤਾਰਾਂ ਬਾਰੇ ਦੇਵੀ ਦੇਵਤਿਆਂ ਬਾਰੇ ਤਾਂ ਇਹ ਦੱਸਿਆ ਸੀ ਨਾ, ਕਾਮ ਕ੍ਰੋਧ ਪਸਰੇ ਆਪਾਂ ਸਾਰੇ, ਉਹਨਾਂ ਨੇ ਤੇ ਕਾਮ ਕ੍ਰੋਧ ਨੂੰ ਸੰਸਾਰ ਦੇ ਵਿੱਚ ਫੈਲਾਇਆ। ਪਰ ਗੁਰੂ ਨਾਨਕ ਨੇ ਜਤ ਸਤ ਸੰਜਮ ਦ੍ਰਿੜ ਕਰਵਾਇਆ ਵੀ ਤੁਸੀਂ ਸੰਜਮ ਦੇ ਵਿੱਚ ਰਹਿਣਾ, ਜਬਤ ਵਿੱਚ ਰਹਿਣਾ। ਐਸੀ ਸਤਿਗੁਰੂ ਮਹਾਰਾਜ ਨੇ ਉੱਤਮ ਸਿੱਖਿਆ ਸਾਨੂੰ ਬਖਸ਼ੀ ਹੈ। ਅੜੇ ਧਨ ਭਰਮ ਭੁਲਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਪੇਕੇ ਕਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਭਰਮ ਦੇ ਵਿੱਚ ਭੁੱਲ ਗਈ ਹੈ। ਦੂਜੇ ਲਾਗੀ ਫਿਰ ਪਛਤਾਣੀ। ਉਸ ਪਤੀ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਦੇਵੀ ਦੇਵਤਿਆਂ ਦੀ ਮਾਂ ਮਨੌਤ ਵਿੱਚ ਲੱਗ ਗਈ। ਫਿਰ ਜਦੋਂ ਅੰਤ ਦਾ ਸਮਾਂ ਆਇਆ ਉਹਨਾਂ ਨੇ ਕੋਈ ਸਹਾਇਤਾ ਨਾ ਕੀਤੀ, ਫਿਰ ਪਛਤਾਣੀ, ਫਿਰ ਉਹਨਾਂ ਨੂੰ ਅਖੀਰ ਤੇ ਪਛਤਾਤਾਪ ਕਰਨਾ ਪਿਆ। ਹਾਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਲੋਕ ਵਾਹਿਗੁਰੂ ਨੂੰ ਛੱਡ ਕੇ ਦੇਵੀ ਦੇਵਤਿਆਂ ਨੂੰ ਮੰਨਦੇ ਪੂਜਦੇ ਨੇ ਉਹਨਾਂ ਨੂੰ ਦੁਹਾਗਣਾ ਦੇ ਨਾਲ ਤਸ਼ਬੀਹ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਉਸ ਦੁਹਾਗਣ ਨੇ ਹਲਤ ਪਾਲ ਦੋਵੇਂ ਗਵਾਏ, ਆਪਣਾ ਲੋਕ ਵੀ ਤੇ ਪਰਲੋਕ ਵੀ, ਪੇਕਾ ਘਰ ਵੀ ਤੇ ਸਹੁਰਾ ਘਰ ਦੋਵੇਂ ਹੀ ਗਵਾ ਲਏ। ਸੁਪਨਾ ਸੁਖ ਨਾ ਪਾਵਨਿਆ, ਉਹਨੂੰ ਸੁਪਨੇ ਦੇ ਵਿੱਚ ਵੀ ਸੁਹਾਗ ਦਾ ਸੁਖ, ਪਰਮੇਸ਼ਰ ਦੇ ਮਿਲਾਪ ਦਾ ਸੁਖ ਕਦੀ ਵੀ ਨਹੀਂ ਪ੍ਰਾਪਤ ਹੋ ਸਕਦਾ। ਅੜੇ ਧਨ ਕੰਤ ਸੰਭਾਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਗੁਰਮੁਖ ਰੂਹ ਹੈ ਉਹ ਰੱਬ ਦੀ ਸੁਹਾਗਣ ਹੈ। ਉਹ ਇਸ ਪੇਕੇ ਘਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਤੀ ਪਰਮੇਸ਼ਰ ਨੂੰ ਸੰਭਾਲਦੀ ਹੈ। ਗੁਰ ਪ੍ਰਸਾਦੀ ਵੇਖੈ ਨਾਲੇ। ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਲਈ ਆਪਣੇ ਨਾਲ ਆਪਣੇ ਅੰਗ ਸੰਗ ਵੇਖਦੀ ਹੈ। ਫਿਰ ਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ। ਉਸ ਪਤੀ ਦੇ ਸਹਿਜ ਦਾ ਅਰਥ ਹੈ ਸੁਭਾਅ ਦੇ। ਉਸ ਪਤੀ ਦੇ ਸੁਭਾਅ ਦੇ ਰੰਗ ਵਿੱਚ ਹੀ ਹਮੇਸ਼ਾ ਲਈ ਰੰਗੀ ਰਹਿੰਦੀ ਹੈ। ਸਹਿਜ ਦਾ ਅਰਥ ਸੁਭਾਅ ਵੀ ਜੋ ਪਤੀ ਦਾ ਸੁਭਾਅ ਹੈ ਨਾ, ਦਿਆਲੂ ਕਿਰਪਾਲੂ ਨਿਰਭਉ ਤੇ ਨਿਰਵੈਰ, ਤੇ ਉਸ ਤਰ੍ਹਾਂ ਦੇ ਸੁਭਾਅ ਦੇ ਰੰਗ ਵਿੱਚ ਹੀ ਰੰਗੀ ਰਹਿੰਦੀ ਹੈ। ਉਹ ਜੇ ਆਪ ਵੀ ਉਹ ਗੁਣ ਧਾਰਨ ਕਰਦੀ ਹੈ ਤੇ ਸ਼ਬਦ ਸਿੰਗਾਰ ਬਣਾਵਣਿਆ ਤੇ ਗੁਰੂ ਸ਼ਬਦ ਦੁਆਰਾ ਭਾਈ ਉਹ ਸ਼ੁਭ ਗੁਣਾਂ ਦੇ ਸ਼ਿੰਗਾਰ ਬਣਾਉਂਦੀ ਹੈ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਰੂਹਾਂ ਦਾ ਜਨਮ ਸਫਲ ਹੋ ਗਿਆ ਜਿਨ੍ਹਾਂ ਨੇ ਦਰਗਾਹੀ ਵਿਚੋਲੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਦੂਜਾ ਭਾਉ ਗੁਰ ਸ਼ਬਦ ਜਲਾਇਆ। ਉਹਨਾਂ ਨੇ ਗੁਰ ਉਪਦੇਸ਼ ਦੀ ਕਮਾਈ ਕਰਕੇ ਜਿਹੜਾ ਦੂਜਾ ਭਾਉ ਸੀ ਰੱਬ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਨੂੰ ਮੰਨਣਾ ਪੂਜਣਾ ਉਸ ਨੂੰ ਸਾੜ ਹੀ ਦਿੱਤਾ। ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਏਕੋ ਰਵ ਰਹਿਆ ਘਟ ਅੰਤਰ। ਉਹਨਾਂ ਗੁਰਮੁਖ ਰੂਹਾਂ ਦੇ ਹਿਰਦੇ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਵਸ ਰਿਹਾ ਹੈ। ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਭਾਈ ਉਹ ਸਤਸੰਗਤ ਦੇ ਨਾਲ ਮਿਲ ਕੇ ਹੋਰ ਗੁਰਮੁਖ ਸਿੱਖ ਸਖੀਆਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨੁੱਖ ਸਤਿਗੁਰੂ ਦੀ ਸੇਵਾ ਨਹੀਂ ਕਰਦਾ ਉਹ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ, ਉਹਦਾ ਆਉਣਾ ਹੀ ਬੇਅਰਥ ਹੈ। ਜੀਵਨ ਬਿਰਥਾ ਜਨਮ ਗਵਾਇਆ। ਉਹਦੇ ਜੀਵਨ ਨੂੰ ਵੀ ਤਰਕਾਰ ਹੈ, ਲੱਖ ਲਾਹਨਤ ਹੈ ਤੇ ਉਸਨੇ ਮਨੁੱਖਾ ਜਨਮ ਨੂੰ ਵੀ ਬਿਅਰਥ ਗਵਾ ਲਿਆ ਹੈ। ਮਨ ਮੁਖ ਨਾਮ ਚਿਤ ਨਾ ਆਵੇ ਬਿਨ ਨਾਵੇਂ ਬਹੁ ਦੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨਮੁਖ ਬੰਦਾ ਹੈ ਉਹਨੂੰ ਵਾਹਿਗੁਰੂ ਦਾ ਨਾਮ ਕਦੇ ਚੇਤੇ ਹੀ ਨਹੀਂ ਆਉਂਦਾ। ਬਿਨ ਨਾਵੇ ਬਹੁ ਦੁੱਖ ਪਾਵਣਿਆ। ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਹੁਤਾ ਹੀ ਦੁੱਖ ਪ੍ਰਾਪਤ ਕਰਦਾ ਹੈ। ਜਿਨ ਸਿਸ਼ਟ ਸਾਜੀ ਸੋਈ ਜਾਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ
ਤੇ ਉਹੀ ਉਹਦੀ ਤਰਕੀਬ ਨੂੰ ਜਾਣਦਾ ਹੈ, ਕਿਵੇਂ ਉਸ ਦੀ ਪਾਲਣਾ ਕਰਨੀ, ਕਿਵੇਂ ਉਸ ਨੂੰ ਸੰਭਾਲਣਾ ਹੈ। ਆਪੇ ਮੇਲੈ ਸ਼ਬਦ ਪਛਾਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਸ਼ਬਦ ਦੁਆਰਾ ਉਹਦੀ ਪਛਾਣ ਕਰ ਲਵੇ ਤੇ ਫਿਰ ਉਸ ਨੂੰ ਉਹ ਆਪਣੇ ਨਾਲ ਮੇਲ ਲੈਂਦਾ ਹੈ। ਨਾਨਕ ਨਾਮ ਮਿਲਿਆ ਤਿਨ ਜਨ ਕੋ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਦਾ ਨਾਮ ਮਿਲਿਆ ਹੈ, ਜਿਨ ਧੁਰ ਮਸਤਕ ਲੇਖ ਲਿਖਾਵਣਿਆ, ਜਿਨ੍ਹਾਂ ਨੇ ਧੁਰ ਦਰਗਾਹ ਤੋਂ ਆਪਣੇ ਮੱਥੇ ਤੇ ਚੰਗਾ ਲੇਖ ਲਿਖਵਾਇਆ ਹੋਇਆ ਸੀ, ਤੇ ਉਹਨਾਂ ਗੁਰਮੁਖਾਂ ਨੂੰ ਇਸ ਸੰਸਾਰ ਦੇ ਵਿੱਚ ਨਾਮ ਦੀ ਦਾਤ ਪ੍ਰਾਪਤ ਹੋਈ ਹੈ। ਮਾਝ ਮਹੱਲਾ ਚੌਥਾ। ਆਦਿ ਪੁਰਖ ਅਪਰੰਪਰ ਆਪੇ। ਹੁਣ ਇੱਥੇ 33 ਸੰਪੂਰਨ ਅਸ਼ਟਪਦੀਆਂ ਹੋਈਆਂ ਹਨ, ਔਰ ਇਹਦੇ ਵਿੱਚ ਇੱਕ ਅਸ਼ਟਪਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਰੰਭ ਦੇ ਵਿੱਚ ਆਈ ਹੈ, ਤੇ 32 ਅਸ਼ਟਪਦੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਇੱਥੇ ਸੰਪੂਰਨ ਹੋਈਆਂ ਹਨ। ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਅਸ਼ਟਪਦੀ ਆਰੰਭ ਹੋ ਰਹੀ ਹੈ। ਵੰਨਗੀ ਉਹੀ ਹੈ, ਸ਼ੈਲੀ ਵੀ ਉਹੀ ਹੈ, ਤੇ ਕਾਵ ਰਚਨਾ ਵੀ ਤੇ ਸਿਧਾਂਤ ਵੀ ਉਹੀ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਪਤਾ ਨਹੀਂ ਲੱਗੇਗਾ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ ਤੇ ਜਾਂ ਤੀਜੇ ਪਾਤਸ਼ਾਹ ਦੀ ਜਾਂ ਚੌਥੇ ਦੀ, ਕਿਉਂਕਿ ਉਹੀ ਲੈ, ਉਹੀ ਰਵਾਨਗੀ, ਉਹੀ ਸਿਧਾਂਤ, ਸਭ ਕੁਝ ਉਹੀ। ਹਉ ਵਾਰੀ ਜੀਓ ਵਾਰੀ ਨਿਰੰਕਾਰੀ ਨਾਮ ਤੇ ਆਵਣੇ, ਤੇ ਸਰੂਪ ਨਾ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲਖ ਲਖਾਵਣਿਆ। ਰਹਾਉ ਹਜ਼ੂਰ ਕਹਿੰਦੇ, ਭਾਈ ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਹਾਂ, ਜਿਹੜੇ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਂਦੇ ਨੇ। ਉਸ ਨਿਰੰਕਾਰ ਦਾ ਕੋਈ ਰੂਪ ਨਹੀਂ, ਕੋਈ ਰੇਖਾ ਮਸ਼ਕਸ਼ ਆਦਿਕ ਰੇਖਾ ਵੀ ਨਹੀਂ, ਤੇ ਹੈ ਕਿੱਥੇ ਘਟ ਘਟ ਦੇਖਿਆ। ਸਤਿਗੁਰੂ ਕਹਿੰਦੇ, ਮੈਂ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਵਸਦਾ ਉਸ ਨੂੰ ਵੇਖਿਆ, ਤੇ ਗੁਰਮੁਖ ਅਲਖ ਲਖਾਵਣਿਆ। ਹਜ਼ੂਰ ਕਹਿੰਦੇ, ਹੈ ਤੇ ਉਹ ਅਲਖ, ਪਰ ਗੁਰੂ ਦੀ ਕਿਰਪਾ ਦੁਆਰਾ ਮੈਂ ਉਸ ਅਲਖ ਨੂੰ ਲਖਾਵਣਿਆਂ ਦਾ ਅਰਥ ਲਿਖਿਆ ਹੈ। ਗੁਰੂ ਦੀ ਕਿਰਪਾ ਦੁਆਰਾ ਮੈਂ ਉਸ ਅਲਖ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ, ਆਦਿ ਪੁਰਖ ਅਪਰੰਪਰ ਆਪੇ। ਉਹ ਅਕਾਲ ਪੁਰਖ ਵਾਹਿਗੁਰੂ ਭਾਈ ਆਦਿ ਪੁਰਖ ਸਭ ਤੋਂ ਪਹਿਲਾਂ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਹੀ ਸੀ, ਤੇ ਅਪਰੰਪਰ ਆਪੇ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਪਰੰਪਰ ਦਾ ਅਰਥ ਪ੍ਰਕਿਰਤੀ ਤੋਂ ਵੀ ਪਰੇ, ਤੇ ਪੁਰਖ ਵਿਆਪਕ ਸਰੂਪ ਤੇ ਆਦਿ ਕਾਰਨ ਸਰੂਪ ਸੀ। ਆਪੇ ਥਾਪੇ ਥਾਪ ਉਥਾਪੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਥਾਪੇ। ਆਪੇ ਹੀ ਇਹ ਜਿਹੜੇ ਸਾਰੇ ਧਰਤੀ ਤੇ ਆਕਾਸ਼ ਦੇ ਸਾਰੇ ਮੰਡਲ ਬਣਾਏ ਨੇ, ਜੀਵ ਜੰਤ ਵੀ ਉਸੇ ਨੇ ਬਣਾਏ ਹੋਏ ਨੇ, ਸਾਰਿਆਂ ਦਾ ਨਿਰਮਾਣ ਉਸਨੇ ਆਪ ਕੀਤਾ। ਤੇ ਥਾਪੋ ਥਾਪੇ, ਤੇ ਇਹਨਾਂ ਨੂੰ ਥਾਪ ਕੇ ਫਿਰ ਉਹ ਥਾਪੇ ਨਾਸ ਵੀ ਉਹੀ ਕਰਦਾ ਹੈ। ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਰਿਆਂ ਦੇ ਵਿੱਚ ਹੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਵਰਤਦਾ ਹੈ, ਗੁਰਮੁਖ ਸੋਭਾ ਪਾਵਣਿਆ। ਪਰ ਜਿਹੜੇ ਗੁਰਮੁਖ ਨੇ ਉਹ ਉਸ ਨੂੰ ਜਾਣ ਲੈਂਦੇ ਨੇ, ਇਸ ਲਈ ਉਹ ਸੋਭਾ ਨੂੰ ਪ੍ਰਾਪਤ ਕਰ ਲੈਂਦੇ ਹਨ। ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ, ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲਖ ਲਖਾਵਣਿਆ। ਰਹਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤਿੰਨੇ ਕਾਲਾਂ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਣਾ ਹਾਂ, ਜਿਹੜੇ ਉਸ ਨਿਰੰਕਾਰ ਦੇ ਨਿਰਾਕਾਰ ਦੇ ਨਿਰਗੁਣ ਸਰੂਪ ਦੇ ਨਾਮ ਨੂੰ ਧਿਆਉਂਦੇ ਹਨ। ਕਿਉਂਕਿ ਉਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਮਸ਼ਕਸ਼ ਆਦਿਕ ਰੇਖਾ ਵੀ ਨਹੀਂ, ਤੇ ਅਸਾਂ ਉਸ ਨੂੰ ਘਟ ਘਟ ਵਿੱਚ ਵਸਦਾ ਦੇਖਿਆ। ਗੁਰਮੁਖ ਅਲਖ ਲਖਾਵਣਿਆ। ਹਜ਼ੂਰ ਕਹਿੰਦੇ, ਆਪਣੇ ਆਪ ਤੇ ਨਹੀਂ ਸੀ ਉਸ ਬਾਰੇ ਪਤਾ ਲੱਗ ਸਕਦਾ, ਹਾਂ ਗੁਰੂ ਦੁਆਰਾ ਅਸੀਂ ਉਸ ਅਲਖ ਸਰੂਪ ਨੂੰ ਲਖਾਵਣਿਆਂ ਦਾ ਅਰਥ ਜਾਣਿਆ ਹੈ। ਤੂੰ ਦਇਆਲ ਕਿਰਪਾਲ ਪ੍ਰਭ ਸੋਈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਸਨਮੁਖ ਉਚਾਰਨ ਕਰਦੇ ਨੇ, ਹੇ ਵਾਹਿਗੁਰੂ ਜੀ, ਤੂੰ ਦਇਆਲ ਦਇਆ ਦਾ ਘਰ ਹੈ,
ਤੇ ਕਿਰਪਾ ਦਾ ਵੀ ਖਜ਼ਾਨਾ ਹੈ ਤੇ ਸਰਬ ਕਲਾ ਸਮਰੱਥ ਹੈ। ਤੁਧ ਬਿਨ ਦੂਜਾ ਵਰ ਨ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੇ ਵਾਹਿਗੁਰੂ ਤੂੰ ਦਿਆਲੂ ਕਿਰਪਾਲੂ ਵੀ ਹੈ ਤੇ ਨਾਲ ਕਹਿੰਦੇ ਭਾਈ ਉਹ ਸਮਰੱਥ ਵੀ ਹੈ। ਤੁਧ ਬਿਨ ਦੂਜਾ ਅਵਰ ਨਾ ਕੋਈ, ਹੈ ਵਾਹਿਗੁਰੂ ਜੀ ਤੇਰੇ ਬਿਨਾ ਹੋ ਤੁਧ ਬਿਨ ਦੂਜਾ ਅਵਰ ਨਾ ਕੋਈ, ਤੇਰੇ ਬਿਨਾ ਹੋਰ ਕੋਈ ਵੀ ਸੰਸਾਰ ਦੇ ਵਿੱਚ ਤੇਰੇ ਜੈਸਾ ਹੋਰ ਨਹੀਂ ਹੈ। ਅਥਵਾ ਤੁਧ ਬਿਨ ਦੂਜਾ ਅਵਰ ਨਾ ਕੋਈ, ਤੇਰੇ ਬਿਨਾ ਮਹਾਰਾਜ ਹੋਰ ਕੋਈ ਸਾਨੂੰ ਤੇ ਦਿਸਦਾ ਹੀ ਨਹੀਂ ਹੈ। ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਪ੍ਰਸਾਦ ਕਰੇ। ਜਦੋਂ ਗੁਰੂ ਪ੍ਰਸਾਦ ਕਿਰਪਾ ਕਰ ਦੇਵੇ ਤੇ ਪ੍ਰਸਾਦ ਦੱਦੇ ਨੂੰ ਔਂਕੜ ਹੈ, ਵੈਸੇ ਇਹ ਪ੍ਰਸਾਦ ਪੁਲਿੰਗ ਸ਼ਬਦ ਵਿੱਚ ਵਰਤਿਆ ਗਿਆ ਹੈ। ਗੁਰ ਪ੍ਰਸਾਦ, ਜਦੋਂ ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਫਿਰ ਉਹ ਨਾਮ ਦਿੰਦਾ ਹੈ। ਨਾਮੇ ਨਾਮ ਸਮਾਵਣਿਆ, ਤੇ ਨਾਮ ਦੁਆਰਾ ਉਸ ਨਾਮੀ ਦੇ ਵਿੱਚ ਅਭੇਦ ਹੋ ਜਾਈਦਾ ਹੈ। ਤੂੰ ਆਪੇ ਸੱਚਾ ਸਿਰਜਣਹਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ ਤੂੰ ਆਪ ਸੱਚਾ ਹੈ, ਸਦਾ ਸਿਰ ਰਹਿਣ ਵਾਲਾ ਹੈ ਤੇ ਸਿਰਜਣਹਾਰ ਕਰਤਾ ਪੁਰਖ ਹੈ। ਭਗਤੀ ਭਰੇ ਤੇਰੇ ਭੰਡਾਰਾ। ਆ ਜਿਹੜੀ ਤੇਰੀ ਭਗਤੀ ਹੈ, ਨਵਦਾ ਭਗਤੀ ਹੈ, ਪ੍ਰੇਮਾ ਭਗਤੀ ਹੈ, ਪਰਾ ਭਗਤੀ ਹੈ, ਤੇਰੇ ਇਸ ਭਗਤੀ ਦੇ ਬੇਅੰਤ ਭੰਡਾਰੇ ਭਰੇ ਹੋਏ ਹਨ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਧ ਲਗਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਮਿਲਦਾ ਹੈ ਤੇ ਫਿਰ ਇਹ ਮਨ ਭਿੱਜ ਜਾਂਦਾ ਹੈ, ਇਹ ਮਨ ਸਰਸ਼ਾਰ ਹੋ ਜਾਂਦਾ ਹੈ। ਸਹਿਜ ਸਮਾਧ ਲਗਾਵਣਿਆ, ਤੇ ਫਿਰ ਆਤਮਕ ਅਡੋਲ ਅਵਸਥਾ ਦੇ ਵਿੱਚ ਸਮਾਧੀ ਲਾਉਂਦਾ ਹੈ। ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ ਮੈਂ ਤੇ ਦਿਨ ਰਾਤ ਤੇਰੇ ਹੀ ਗੁਣ ਗਾਉਂਦਾ ਰਹਿਣਾ ਹਾਂ। ਤੁਧ ਸਾਲਾਹੀ ਪ੍ਰੀਤਮ ਮੇਰੇ। ਐ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਜੀ, ਮੈਂ ਤੇ ਦਿਨ ਰਾਤ ਤੁਹਾਡੀ ਹੀ ਸਿਫਤ ਸਲਾਹ ਕਰਦਾ ਰਹਿਣਾ ਹਾਂ। ਤੁਧ ਬਿਨ ਅਵਰ ਨ ਕੋਈ ਜਾਚਾ, ਗੁਰ ਪ੍ਰਸਾਦੀ ਤੂੰ ਪਾਵਣਿਆ। ਹੇ ਵਾਹਿਗੁਰੂ ਜੀ ਮੈਂ ਗੁਰੂ ਦੀ ਕਿਰਪਾ ਦੁਆਰਾ ਤੈਨੂੰ ਪ੍ਰਾਪਤ ਕੀਤਾ ਹੈ, ਇਸ ਲਈ ਤੇਰੇ ਬਿਨਾ ਮੈਂ ਕਿਸੇ ਹੋਰ ਕੋਲੋਂ ਜਾਚਾਂ ਦਾ ਅਰਥ ਹੈ ਮੰਗਦਾ ਨਹੀਂ ਹਾਂ। ਮੈਂ ਕਿਸੇ ਹੋਰ ਕੋਲੋਂ ਨਹੀਂ ਮੰਗਦਾ, ਜੋ ਵੀ ਕੁਛ ਮੰਗਣਾ ਮੈਂ ਤੇਰੇ ਦਰ ਤੋਂ ਹੀ ਮੰਗਦਾ ਹਾਂ। ਅਗਮ ਅਗੋਚਰ ਮਿਤ ਨਹੀਂ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਤੇ ਇੰਦਰੀਆਂ ਦੇ ਵੀ ਆ ਵਿਸ਼ੇ ਹੈ, ਉਸ ਦੀ ਮਿਤ ਮਰਜ਼ਾਦਾ ਨੂੰ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਆਪਣੀ ਕਿਰਪਾ ਕਰ ਹੈ ਤੂੰ ਲੈਹ ਮਿਲਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ ਆਪਣੀ ਕਿਰਪਾ ਕਰਹਿ। ਜਦੋਂ ਤੂੰ ਆਪਣੀ ਕਿਰਪਾ ਕਰਦਾ ਹੈ, ਤੂੰ ਲਹਿ ਮਿਲਾਈ ਤੇ ਫਿਰ ਉਹਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹੈ। ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਦੇ ਸ਼ਬਦ ਦੁਆਰਾ, ਭਾਵ ਗੁਰੂ ਦੇ ਪਾਸੋਂ ਖਾਸ ਦੀਖਿਆ ਮੰਤਰ ਲੈ ਕੇ ਪੂਰੇ ਗੁਰੂ ਦੇ ਸ਼ਬਦ ਦੁਆਰਾ ਉਸ ਨੂੰ ਧਿਆਈਐ, ਧਿਆਉਣਾ ਚਾਹੀਦਾ ਹੈ। ਸ਼ਬਦ ਸੇਵ ਸੁਖ ਪਾਵਣਿਆ, ਤੇ ਗੁਰਮੁਖ ਭਾਈ ਉਹ ਸ਼ਬਦ ਦੀ ਸੇਵਾ ਕਰਕੇ, ਭਾਵ ਜੋ ਗੁਰੂ ਵੱਲੋਂ ਨਾਮ ਮਿਲਿਆ ਹੈ ਉਹਦੀ ਸੇਵਾ ਕਰਕੇ, ਭਾਵ ਉਸ ਦਾ ਅਭਿਆਸ ਕਰਕੇ, ਬਾਰ-ਬਾਰ ਉਸ ਦਾ ਸਿਮਰਨ ਕਰਕੇ ਸੁਖ ਪਾਵਣਿਆ, ਉਹ ਆਤਮਕ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਰਸਨਾ ਗੁਣਵੰਤੀ ਗੁਣ ਗਾਵੇ। ਜਿਹੜੀ ਗੁਰਮੁਖਾਂ ਦੀ ਰਸਨਾ ਹੈ ਉਹ ਵੀ ਦੈਵੀ ਗੁਣਾਂ ਦੇ ਨਾਲ ਭਰ ਜਾਂਦੀ ਹੈ ਤੇ ਸੱਚ ਤੇ ਮਿਠਾਸ ਉਹਦੇ ਵਿੱਚ ਭਰ ਜਾਂਦੀ ਹੈ। ਇਸ ਲਈ ਜਿਹੜੀ ਗੁਣਾਂ ਵਾਲੀ ਰਸਨਾ ਗੁਰਮੁਖਾਂ ਦੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਨਾਮ ਸਲਾਹੇ ਸੱਚੇ ਭਾਵੈ। ਤੇ ਨਾਲ ਹੀ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੀ ਹੈ ਤੇ ਇਸ ਲਈ ਸੱਚੇ ਭਾਵੈ, ਉਹ ਸੱਚੇ ਵਾਹਿਗੁਰੂ ਦੇ ਮਨ ਨੂੰ ਭਾ ਜਾਂਦੀ ਹੈ। ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖਾਂ ਦੀ ਰਸਨਾ ਹੈ ਉਹ ਹਮੇਸ਼ਾ ਲਈ ਨਾਮ ਬਾਣੀ ਦੇ ਰੰਗ ਵਿੱਚ ਹੀ ਰੰਗੀ ਰਹਿੰਦੀ ਹੈ। ਮਿਲ ਸੱਚੇ ਸੋਭਾ ਪਾਵਣਿਆ, ਤੇ ਫਿਰ ਉਹ ਸੱਚੇ
ਅਕਾਲ ਪੁਰਖ ਦੇ ਨਾਲ ਮਿਲ ਕੇ ਹਮੇਸ਼ਾ ਲਈ ਸੋਭਾ ਨੂੰ ਪ੍ਰਾਪਤ ਕਰ ਲੈਂਦੇ ਹਨ। ਮਨਮੁਖ ਕਰਮ ਕਰੇ ਅਹੰਕਾਰੀ। ਉਹਨਾਂ ਗੁਰਮੁਖਾਂ ਦੇ ਮੁਕਾਬਲੇ ਦੇ ਜਿਹੜੇ ਮਨਮੁਖ ਲੋਕ ਨੇ ਬਈ ਉਹ ਹੰਕਾਰੀ ਹੋ ਕੇ, ਬੜੇ ਘਮੰਡੀ ਹੋ ਕੇ, ਪਖੰਡੀ ਬਣ ਕੇ ਕਰਮ ਕਰਦੇ ਹਨ। ਜੂਐ ਜਨਮ ਸਭ ਬਾਜੇ ਹਾਰੀ। ਔਰ ਉਹਨਾਂ ਨੇ ਜਿਹੜੀ ਮਨੁੱਖਾ ਜਨਮ ਦੀ ਬਾਜੀ ਸੀ ਨਾ, ਤੇ ਇਸ ਨੂੰ ਉਹਨਾਂ ਨੇ ਵਿਸ਼ਿਆਂ ਦੇ ਜੂਏ ਦੇ ਵਿੱਚ ਹੀ ਸਾਰੀ ਇਸ ਬਾਜੀ ਨੂੰ ਤੇ ਇਸ ਜਨਮ ਨੂੰ ਹਾਰ ਦਿੱਤਾ ਹੈ। ਅਥਵਾ ਜੂਏ ਜਨਮ ਸਭ ਬਾਜੀ ਹਾਰੀ, ਉਹਨਾਂ ਨੇ ਜੀਵਨ ਦੀ ਬਾਜੀ ਵੀ ਤੇ ਇਹ ਜਿਹੜਾ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਸੀ, ਇਸ ਨੂੰ ਉਹਨਾਂ ਨੇ ਮਾਇਆ ਦੇ ਜੂਏ ਦੇ ਵਿੱਚ ਹਾਰ ਛੱਡਿਆ ਹੈ। ਅੰਤਰ ਲੋਭ ਮਹਾ ਗੁਬਾਰਾ, ਫਿਰ ਆਵਣ ਜਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਨਮੁਖਾਂ ਦੇ ਅੰਦਰ ਲੋਭ ਦਾ ਮਹਾ ਗੁਬਾਰ ਚੜਿਆ ਰਹਿੰਦਾ ਹੈ। ਤੇ ਉਸ ਮਹਾ ਗੁਬਾਰ ਜਿਵੇਂ ਆ ਧੁੰਦ ਦੇ ਬੱਦਲ ਜਦੋਂ ਛਾ ਜਾਂਦੇ ਨੇ ਨਾ, ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਉਹਨਾਂ ਮਨਮੁਖਾਂ ਦੇ ਅੰਦਰ ਲੋਭ ਦਾ ਮਹਾ ਗੁਬਾਰ ਘੁੱਪ ਹਨੇਰਾ ਚੜਿਆ ਹੁੰਦਾ ਹੈ। ਫਿਰ ਆਵਨ ਜਾਵਣਿਆ, ਇਸੇ ਲਈ ਮੁੜ ਕੇ ਜੂਨਾਂ ਦੇ ਵਿੱਚ ਹੀ ਆਉਂਦੇ ਜਾਂਦੇ ਰਹਿੰਦੇ ਹਨ। ਆਪੇ ਕਰਤਾ ਦੇ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਕਿਸੇ ਤੇ ਮਿਹਰਬਾਨ ਹੁੰਦਾ ਹੈ ਤੇ ਫਿਰ ਉਹ ਕਰਤਾ ਪੁਰਖ ਉਹਨਾਂ ਨੂੰ ਵਡਿਆਈ ਦਿੰਦਾ। ਉਹ ਵਡਿਆਈ ਕਿਹੜੀ? ਉਹ ਨਾਮ ਦੀ ਵਡਿਆਈ ਹੈ। ਜਿਨ ਕੋ ਆਪ ਲਿਖਤ ਧੁਰ ਪਾਈ। ਪਰ ਇਹ ਵਡਿਆਈ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਹੀ ਵਾਹਿਗੁਰੂ ਨੇ ਲਿਖਤ ਪਾ ਦਿੱਤੀ ਹੈ, ਭਾਵ ਚੰਗਾ ਭਾਗ ਲਿਖ ਦਿੱਤਾ ਹੈ, ਤੇ ਉਹਨਾਂ ਨੂੰ ਇਹ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ। ਨਾਨਕ ਨਾਮ ਮਿਲੈ ਭਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨਾਮ ਮਿਲੈ ਭਉ ਭੰਜਨ, ਉਹਨਾਂ ਨੂੰ ਸਾਰੇ ਭੈ ਨੂੰ ਭੰਜਨ ਨਾਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ। ਤੇ ਗੁਰ ਸ਼ਬਦੀ ਸੁਖ ਪਾਵਣਿਆ, ਤੇ ਗੁਰ ਉਪਦੇਸ਼ ਦੁਆਰਾ ਉਸ ਨਾਮ ਨੂੰ ਜਪ ਕੇ ਸੁਖ ਪਾਵਣਿਆ, ਉਸ ਸदैवी ਸੁਖ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਉਂਕਿ ਨਾਮ ਹੀ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਸਾਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ ਤੇ ਹੋਰ ਵੀ ਸਾਰੇ ਸੁਖ ਮਿਲਦੇ ਨੇ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਉਹ ਜਿਹੜੀ ਨਾਮ ਦੀ ਵਡਿਆਈ ਹੈ ਉਹ ਭਾਈ ਅਕਾਲ ਪੁਰਖ ਆਪ ਦਿੰਦਾ, ਤੇ ਜਿਹਨੂੰ ਪ੍ਰਾਪਤ ਹੋ ਜਾਵੇ ਤੇ ਫਿਰ ਉਹਦੇ ਵਰਗਾ ਕੋਈ ਦੁਨੀਆ ਦੇ ਵਿੱਚ ਰਾਜਾ ਤੇ ਬਾਦਸ਼ਾਹ ਵੀ ਨਹੀਂ ਹੋ ਸਕਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਅਸ਼ਟਪਦੀ ਵਿੱਚ ਗੁਰਮੁਖਾਂ ਦੀ ਮਹਿਮਾ ਕੀਤੀ ਹੈ ਤੇ ਨਾਲ ਮਨਮੁਖਾਂ ਦੀ ਦਸ਼ਾ ਵੀ ਬਿਆਨ ਕੀਤੀ ਹੈ। ਤੇ ਪਹਿਲਾਂ 32 ਅਸ਼ਟਪਦੀਆਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਮੁਖਾਂ ਤੇ ਮਨਮੁਖਾਂ ਦੀ ਵਿਵੇਚਨਾ ਕਰਕੇ ਸਾਨੂੰ ਇਹ ਸਿੱਖਿਆ ਬਖਸ਼ੀ, ਭਾਈ ਤੁਸੀਂ ਗੁਰਮੁਖ ਬਣਨਾ ਹੈ ਤੇ ਗੁਰਮੁਖ ਬਣਨ ਦੇ ਲਈ ਗੁਰੂ ਦੀ ਸ਼ਰਨ ਤੇ ਗੁਰੂ ਦੀ ਦੀਖਿਆ ਤੇ ਸਿੱਖਿਆ ਨੂੰ ਕਮਾਉਣਾ ਹੈ। ਇਹਦੇ ਨਾਲ ਤੁਸੀਂ ਗੁਰਮੁਖ ਬਣੋਗੇ ਤੇ ਗੁਰਮੁਖ ਬਣ ਕੇ ਤੁਹਾਡੀ ਜੀਵਨ ਯਾਤਰਾ ਸਫਲ ਹੋਵੇਗੀ। ਇਹ ਹੈ ਸਮੁੱਚਾ ਸਿਧਾਂਤ ਜਿਸ ਨੂੰ ਆਪਾਂ ਮਨ ਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ। ਨਾਨਕ ਨਾਮ ਮਿਲੈ ਭਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।